गल करदा पूजा पद्धति की, मैं धर्म की गल नहीं करता। मैं क्योंकि सारे धर्म एक ही चीज़ सिखाते हैं, आपां नूं रल के रहना है। तो उस जागरण च चार कलाकार ने, चारे अपने मुस्लिम कलाकार ने, एक जी खान, एक कमल खान, एक मास्टर सलीम ते खान साहब। पाठी साहब ने गाया सी कृष्णा तेरी मुरली ते भला कौन नहीं नचदा, उन्होंने किदा सस्पेंड किया सी। गुरु घर तो बाहर आइए तो फिर आप सारे एक ने, पर वो सिस्टम है ना, सिस्टम की मैं गल कर रहा। मैं कोई हिंदू मुस्लिम की कोई गल ही नहीं कर रहा। साडे वड्डे वीर ने, वो भी भरा ने साडे। मैं पर्टिकुलरली कलाकार वास्ते नहीं कह रहा। सत श्री अकाल, नमस्कार, आदाब। मैं तुहाडे नाल मनप्रीत खुलर। तुसीं देख रहे हो दैनिक सवेरा टीवी। ते 7 साल की उम्र तो स्टेज संभाल रही ਉਹ ਪਰਸਨੈਲਿਟੀ ਜਿਨ੍ਹਾਂ ਦੇ ਨਾਲ ਤੁਹਾਨੂੰ ਅੱਜ ਮੈਂ ਰੂਬਰੂ ਕਰਾਉਣਾ ਹੈ, ਉਹ ਪਰਸਨੈਲਿਟੀ ਜਿਨ੍ਹਾਂ ਦੇ ਭਜਨ ਕੀਰਤਨ ਤੁਸੀਂ ਸੁਣਦੇ ਹੋ, ਭਜਨ ਸੁਣਦੇ ਹੋ ਤਾਂ ਇੱਕਦਮ ਰੌਂਗਟੇ ਖੜੇ ਹੁੰਦੇ ਨੇ। ਉਹਨਾਂ ਦੇ ਭਜਨਾਂ ਨੇ ਹਰ ਕਿਸੇ ਨੂੰ ਫੈਨ ਬਣਾਇਆ ਹੋਇਆ ਹੈ। ਸੋ ਕਿਸ ਤਰ੍ਹਾਂ ਰਿਕਾਰਡਿੰਗਸ ਹੁੰਦੀਆਂ ਨੇ, ਕਿਸ ਤਰ੍ਹਾਂ ਡਬਿੰਗਸ ਹੁੰਦੀਆਂ ਨੇ, ਫਿਰ ਕਿਸ ਤਰ੍ਹਾਂ ਤੁਹਾਡੇ ਤੱਕ ਜਿਹੜੇ ਪਹੁੰਚਦੇ ਨੇ ਉਹਨਾਂ ਦੇ ਭਜਨ ਕੀਰਤਨ, ਉਹ ਤੁਹਾਨੂੰ ਅਸੀਂ ਦਿਖਾਉਣਾ ਹੈ ਅੱਜ। ਬੈਕਐਂਡ ਦਾ ਮਾਹੌਲ ਕਿ ਕਿੰਨੀ ਜਿਹੜੀ ਮਿਹਨਤ ਹੈ ਉਹ ਰਹਿੰਦੀ ਹੈ ਤੇ ਲਾਈਮਲਾਈਟ ਦੇ ਵਿੱਚ ਉਹਨਾਂ ਨੂੰ ਰਹਿਣਾ ਕਿੰਨਾ ਕੁ ਪਸੰਦ ਹੈ, ਉਹਨਾਂ ਦੇ ਨਾਲ ਖਾਸ ਤੌਰ ਤੇ ਗੱਲਬਾਤ ਕਰਕੇ ਹੀ ਪਤਾ ਚੱਲੇਗਾ। ਸੋ ਕਨਈਆ ਮਿੱਤਲ ਜੀ ਦਾ ਮੈਂ ਜ਼ਿਕਰ ਕਰ ਰਹੀ ਹਾਂ। ਜ਼ਿਆਦਾ ਦੇਰੀ ਨਾ ਕਰਦੇ ਹੋਏ ਆਜੋ ਮੇਰੇ ਨਾਲ ਅੰਦਰ, ਉਹਨਾਂ ਦੇ ਸਟੂਡੀਓ ਦੇ ਵਿੱਚ ਅਸੀਂ ਚੱਲਦੇ ਹਾਂ ਤੇ ਸਟੂਡੀਓ ਦੇ ਵਿੱਚ ਚੱਲ ਰਹੀ ਹੈ ਜੀ ਉਹਨਾਂ ਦੀ ਟੈਸਟਿੰਗ, ਫਾਈਨਲ ਟੈਸਟਿੰਗ, ਕਿਉਂਕਿ ਰਿਕਾਰਡਿੰਗ ਜਿਹੜੀ ਹੈ ਉਹ ਹੋ ਚੁੱਕੀ ਹੈ। ਸੋ ਫਾਈਨਲ ਟੈਸਟਿੰਗ ਤੁਹਾਨੂੰ ਅਸੀਂ ਦਿਖਾਉਣੀ। ਤੁਸੀਂ ਦੇਖ ਰਹੇ ਹੋ ਕਿ ਪੂਰਾ ਸਟੂਡੀਓ ਵਾਲਾ ਮਾਹੌਲ ਹੈ ਜੋ ਕਿ ਹਰ ਕਿਸੇ ਨੂੰ ਦੇਖਣਾ ਪਸੰਦ ਹੁੰਦਾ ਹੈ ਕਿ ਆਖਿਰਕਾਰ YouTube ਤੇ ਤਾਂ ਅਸੀਂ ਦੇਖ ਲੈਂਦੇ ਹਾਂ ਵੀਡੀਓਜ਼, ਆਖਿਰਕਾਰ ਉਹ ਬਣਦੀਆਂ ਕਿਵੇਂ ਨੇ ਉਹ ਤੁਹਾਨੂੰ ਦਿਖਾਉਣ ਦੇ ਲਈ ਅਸੀਂ ਅੱਜ ਕਨਈਆ ਮਿੱਤਲ ਜੀ ਦੇ ਸਟੂਡੀਓ ਦੇ ਵਿੱਚ ਪਹੁੰਚੇ ਹਾਂ। ਸੋ ਬਹੁਤ ਬਹੁਤ ਸਵਾਗਤ ਹੈ ਕਨਈਆ ਜੀ ਤੁਹਾਡਾ। बहुत बहुत धन्यवाद। जय सिया राम, सत श्री अकाल। ਸੋ ਬੜਾ ਵਧੀਆ ਮਾਹੌਲ ਬਣਿਆ ਹੋਇਆ ਸਟੂਡੀਓ ਤੇ। ਮੈਂ ਜ਼ਰੂਰ ਕਹੂੰਗੀ ਕਿ ਥੋੜੀ ਜਿਹੀ ਵੋਲਿਊਮ ਆਪਾਂ ਘੱਟ ਕਰ ਲਈਏ ਕਿਉਂਕਿ ਅਸੀਂ ਤੁਹਾਨੂੰ ਲਾਈਵ ਸੁਣਨਾ ਹੈ ਅੱਜ। ਬਿਲਕੁਲ। ਸੋ ਸਟੂਡੀਓ ਦੇ ਵਿੱਚ ਅਸੀਂ ਕਨਈਆ ਜੀ ਦੇ ਪਹੁੰਚੇ ਹਾਂ। ਕਨਈਆ ਜੀ ਤੁਹਾਡਾ ਸਵਾਗਤ ਹੈ ਬਹੁਤ ਬਹੁਤ ਦੈਨਿਕ ਸਵੇਰਾ ਟੀਵੀ ਤੇ ਲਾਈਵ ਬੜੇ ਜੋਸ਼ ਦੇ ਨਾਲ ਤੁਸੀਂ ਗਾਉਂਦੇ ਹੋ। ਜਿਸ ਤਰ੍ਹਾਂ ਅਸੀਂ ਤੁਹਾਨੂੰ YouTube ਤੇ ਤੁਹਾਡੇ ਭਜਨਾਂ ਨੂੰ ਸੁਣਦੇ ਹਾਂ, ਉਸੇ ਤਰ੍ਹਾਂ ਹੀ ਤੁਸੀਂ ਜਿਹੜਾ ਰੰਗ ਪੂਰਾ ਸਟੂਡੀਓ ਦੇ ਵਿੱਚ ਵੀ ਬੰਨਿਆ ਹੁੰਦਾ। ਸੋ ਇਹ ਅਸੀਂ ਕਹਿ ਸਕਦੇ ਹਾਂ ਇੱਕ ਤਰ੍ਹਾਂ ਨਾਲ ਕਿ ਪਰਮਾਤਮਾ ਦੀ ਦੇਣ ਹੈ ਐਨਰਜੀ ਵੀ। देखो जो असी जुड़े नहीं होंगे ना किसी चीज़ नाल, तो असी इत्थे कुछ होर होंगे, उत्थे कुछ होर होंगे। पर जो असी जुड़े होंगे हाँ तो पैशन जो होंदा उत्थे भी उन्ना ही होंदा जिन्ना स्टेज ते होंदा। ते जदों असी रिकॉर्डिंग करते हैं या मेरे 99% जितने भी भजन हैं वो यही लिखते हैं हम लोग और यही गाते हैं, साथ के साथ लिखते हैं। कोई थॉट ऐसा नहीं है कि पहले 2 दिन बैठ के कलम लेके बैठ गए कुछ लिखने के लिए। यहाँ गाते गाते लिखते हैं और वो इसीलिए लोगों को पसंद आता है क्योंकि वो सच होता है। बिल्कुल, क्योंकि ਅਸੀਂ ਦੇਖ ਤਾਂ ਲੈਨੇ ਇਹਨੂੰ ਹੈ ਨਾ, ਜਦੋਂ ਲੋਕਾਂ ਤੱਕ ਡਿਲੀਵਰ ਹੁੰਦਾ ਹੈ ਉਦੋਂ ਜਿਹੜਾ ਲੋਕਾਂ 'ਚ ਜੋਸ਼ ਆਉਂਦਾ। ਮੈਨੂੰ ਲੱਗਦਾ ਕਿ ਇਹ ਜਿਹੜੀ ਇੰਟਰਵਿਊ ਤੁਸੀਂ ਦੇਖੋਗੇ ਨਾ ਸਾਰੇ, ਵਾਕਿਆ ਦੇ ਵਿੱਚ ਇੰਨੀ એનર્ਜੀ ਸੀ। ਜਦ ਮੈਂ ਅੰਦਰ ਐਂਟਰ ਹੋਈ ਤਾਂ ਕਿਆ ਵਾਈਬ ਸੀ, ਇੰਨਾ એનર્ਜੈਟਿਕ ਮਾਹੌਲ। ਸੋ ਕਨਈਆ ਜੀ ਲਾਈਮਲਾਈਟ ਦੇ ਵਿੱਚ ਰਹਿਣਾ ਬੜਾ ਪਸੰਦ ਹੈ? ਨਹੀਂ, ਇਦਾਂ ਦੀ ਕੋਈ ਗੱਲ ਨਹੀਂ, ਪਰਮਾਤਮਾ ਦੀ ਲਾਈਟ 'ਚ ਰਹਿਣਾ ਬੜਾ ਪਸੰਦ ਹੈ। ਕਿਉਂਕਿ ਤੁਹਾਨੂੰ ਲੋਕ ਬਹੁਤ ਜ਼ਿਆਦਾ ਪਸੰਦ ਕਰਦੇ ਨੇ, ਬਹੁਤ ਜ਼ਿਆਦਾ ਤੁਹਾਡੇ ਭਜਨਾਂ ਨੂੰ ਪਿਆਰ ਕੀਤਾ ਜਾਂਦਾ ਹੈ। ਸੋ ਹਾਲ ਹੀ ਦੇ ਵਿੱਚ ਇੱਕ ਵੀਡੀਓ ਜਿਹੜੀ ਵਾਇਰਲ ਹੋਈ ਸੀ ਉਸ ਦਾ ਜ਼ਿਕਰ ਕਰਨਾ ਚਾਹੂੰਗੀ ਮੈਂ। ਸੋ ਕਿਉਂਕਿ ਤੁਸੀਂ ਇੱਕ ਨਹੀਂ 4 ਕਲਾਕਾਰਾਂ ਦਾ ਨਾਮ ਲਿਆ ਸੀ, ਮੈਂ ਜ਼ਰੂਰ ਜਾਣਨਾ ਚਾਹੂੰਗੀ ਕਿਉਂਕਿ ਅਸੀਂ ਅਕਸਰ ਹੀ ਕਹਿੰਦੇ ਹਾਂ ਕਿ ਕਲਾਕਾਰਾਂ ਦਾ ਕੋਈ ਧਰਮ ਨਹੀਂ ਹੁੰਦਾ। ਤੁਸੀਂ ਕਹਿੰਦੇ ਹੋ ਕਿ ਕਲਾ ਦਾ ਧਰਮ ਨਹੀਂ ਹੁੰਦਾ। ਮੈਂ ਇਹ ਜਿਹੜੀ ਤੁਸੀਂ ਵੀਡੀਓ ਦੇਖ ਰਹੇ ਹੋ 3 ਸਾਲ ਪੁਰਾਣੀ ਹੈ, ਲਗਭਗ 2-3 ਸਾਲ ਪੁਰਾਣੀ ਹੈ। ਤੇ ਮੈਂ ਗੱਲ ਕਰਦਾ ਪੂਜਾ ਪद्धति ਦੀ, ਮੈਂ ਧਰਮ ਦੀ ਗੱਲ ਨਹੀਂ ਕਰਦਾ। ਮੈਂ ਕਿਉਂਕਿ ਸਾਰੇ ਧਰਮ ਇੱਕੋ ਹੀ ਚੀਜ਼ ਸਿਖਾਉਂਦੇ ਨੇ, ਆਪਾਂ ਨੂੰ ਰਲ ਕੇ ਰਹਿਣਾ ਹੈ, ਰਲ ਕੇ ਗੱਲਬਾਤ ਕਰਨੀ ਹੈ, ਇਕੱਠੇ ਬਹਿਣਾ, ਇਕੱਠੇ ਖਾਣਾ, ਇਕੱਠੇ ਆਪਣੇ ਦੇਸ਼ ਲਈ ਕੰਮ ਕਰਨਾ। ਪਰ ਜਦੋਂ ਅਸੀਂ ਪੂਜਾ ਪद्धति ਤੇ ਆਉਂਦੇ ਹਾਂ, ਇੱਕ ਜਾਗਰਣ ਹੁੰਦਾ ਹੈ ਰਾਤ ਨੂੰ 9:30 ਵਜੇ ਸ਼ੁਰੂ ਹੁੰਦਾ ਹੈ ਤੇ ਸਵੇਰੇ 5 ਵਜੇ ਖਤਮ ਹੁੰਦਾ। ਤੇ ਇੱਕ ਕਲਾਕਾਰ 2 ਘੰਟੇ ਤਾਂ ਮਿਨੀਮਮ ਗਾਊਗਾ, ਲਾਸਟਲੀ 2 ਘੰਟੇ ਗਾਊਗਾ। ਤੇ ਉਸੇ ਜਾਗਰਣ 'ਚ 4 ਕਲਾਕਾਰ ਨੇ, ਚਾਰੇ अपने मुस्लिम कलाकार ने, एक जी खान, एक कमल खान, एक मास्टर सलीम ते एक खान साहब। तो 8 घंटे हो गए। 9:30 तो लैके 4:30 किन्ने घंटे होंगे? 8 घंटे होंगे। तो जागरण का फिर आवान कौन करनगे ते तारा रानी की कथा कौन करनगे? ये तो हो ही नहीं ना। फिर ये तो 5-5 मिनटां च खत्म हो गई जी 1.5 घंटे की होंगी है। तो पूजा पद्धति फिर कित्थे गई? हर चीज़ का एक सिस्टम है। जदों दरबार साहब च पाठी साहब ने गाया सी कृष्णा तेरी मुरली ते भला कौन नहीं नचदा, उन्होंने भी तो सस्पेंड किया सी ना। पर बाद जदों असी गुरु घर तो बाहर आइए तो फिर आप सारे एक ने, पर वो सिस्टम है ना, सिर ढक के जाना, ये सारा सिस्टम है। सिस्टम की मैं गल कर रहा। मैं कोई हिंदू मुस्लिम की कोई गल ही नहीं कर रहा। पूजा पद्धति जदों
ਗੁਰਦੁਆਰੇ ਦਾ ਇੱਕ ਨਿਯਮ ਹੈ, ਚਰਚ ਦਾ ਇੱਕ ਨਿਯਮ ਹੈ, ਆਪਣਾ ਮਸਜਿਦ ਦਾ ਇੱਕ ਨਿਯਮ ਹੈ, ਤਾਂ ਕਿ ਮੰਦਿਰ ਦਾ ਕੋਈ ਨਿਯਮ ਨਹੀਂ ਹੈ। ਬਸ ਇੰਨੀ ਦੀ ਗੱਲ ਹੈ। ਓਕੇ, ਸੋ ਇਹ ਵੀਡੀਓ ਦਾ ਰਿਸਪੌਂਸ ਜਿਹੜਾ ਹੈ ਬਾਕੀ 3 ਕਲਾਕਾਰਾਂ ਦਾ ਤਾਂ ਨਹੀਂ, ਲੇਕਿਨ ਮਾਸਟਰ ਸਲੀਮ ਜੀ ਨੇ ਜ਼ਰੂਰ ਦਿੱਤਾ ਹੈ ਕਿ ਕਨਈਆ ਜੀ ਸਾਡੇ ਵੱਡੇ ਬ੍ਰਦਰ ਨੇ। ਸੋ ਉਹਨਾਂ ਦਾ ਰਿਸਪੌਂਸ ਦੇਖ ਕੇ ਇੱਕ ਵਾਰ 'ਚ ਤਾਂ ਅਸੀਂ ਜ਼ਰੂਰ ਪੋਜ਼ਿਟਿਵ ਹੋਏ। ਤੁਸੀਂ ਆਪਣਾ ਪੁਆਇੰਟ ਰੱਖਿਆ, ਉਹਨਾਂ ਨੇ ਆਪਣਾ ਪੁਆਇੰਟ ਰੱਖਿਆ। ਸੋ ਤੁਸੀਂ ਇਸ 'ਤੇ ਕੀ ਕਹਿਣਾ ਚਾਹੁੰਦੇ ਹੋ? ਕਿਉਂਕਿ ਜਿਸ ਤਰ੍ਹਾਂ ਆਪਾਂ ਕਲਾ ਦੀ ਗੱਲ ਕਰਦੇ ਹਾਂ, ਉਹ ਭਰਾ ਹੀ ਨੇ ਸਾਡੇ, ਪਰ ਕਲਾ ਮੈਂ ਕਵਾਲੀਆਂ ਕਰਵਾਉਣੀ ਹੈ, ਮੈਂ ਕੋਈ ਵਿਆਹ ਸ਼ਾਦੀ ਤੇ ਗਾਣੇ ਕਰਵਾਉਣੇ ਹੈ, ਉਹਦਾ ਕੋਈ ਨਿਯਮ ਨਹੀਂ ਹੈ ਉਹਦੇ 'ਚ ਤਾਂ। ਪਰ ਜਿਹੜਾ ਕਲਾਕਾਰ ਪਹਿਲੀ ਰਾਤ ਤੱਕ ਗਾ ਰਿਹਾ ਹੈ, ਪੈਗ ਮੋਟੇ ਮੋਟੇ ਲਾ ਕੇ ਕਰਨਾ ਹੈ, ਤੇ ਬਾਅਦ 'ਚ ਅਗਲੇ ਦਿਨ ਉਹ ਕਹਿ ਰਿਹਾ ਹੈ ਕਿ ਸਿਰ ਤੇ ਚੁੰਨੀ ਰੱਖ ਕੇ ਮੈਂ ਨੱਚਣਾ ਹੈ, ਇਹ ਸਮਝ ਨਹੀਂ ਆਉਂਦੀ ਨਾ। ਇਹ ਧਰਮ ਦੇ ਨਾਲ ਕਿੱਦਾਂ ਇਹ ਗੱਲ ਹੋ ਸਕਦੀ ਹੈ? ਆਪਾਂ ਗੱਲ ਕਰ ਰਹੇ ਹਾਂ ਸਾਫ਼ ਸੁਥਰੇ ਧਰਮ ਦੀ, ਤੇ ਧਰਮ ਦੇ ਅੰਦਰ ਪद्धਤੀ ਦੀ, ਕਿ ਪद्धਤੀ ਕੀ ਹੈ। ਠੀਕ ਹੈ, ਅਸੀਂ ਧਰਮ ਦੇ ਪ੍ਰਚਾਰਕ ਨਹੀਂ ਹੈਗੇ, ਅਸੀਂ ਭਜਨ ਗਾਇਕ ਹੈਗੇ, ਤੇ ਪ੍ਰਚਾਰਕ ਕੋਈ ਹੋਰ ਹੁੰਦੇ ਨੇ। ਅਸੀਂ ਗਾਇਕੀ ਦੇ ਨਾਲ ਇੱਕ ਗੱਲ ਕਰ ਰਹੇ ਹਾਂ ਕਿ ਵੀ ਜਿਹੜੀ ਗਾਇਕੀ ਹੈ ਉਹ ਫਿਰ ਜਦੋਂ ਸਾਰੇ ਹੀ ਨਿਯਮ ਨਹੀਂ ਹੋਣਗੇ ਜਗਰਾਤੇ 'ਚ, ਫਿਰ ਜਗਰਾਤਾ ਲੱਗੂਗਾ ਕਿਹਨੂੰ? ਹੈ ਤਾਂ ਹਿੰਦੂਆਂ ਦਾ ਨਾ। ਕਿਸੇ ਨੇ ਮੰਨਤ ਮੰਗੀ ਕਿ ਮਾਤਾ ਰਾਣੀ ਮੇਰੇ ਕੋਈ ਘਰ ਬਣ ਜਾਵੇ, ਮੈਂ ਜਗਰਾਤਾ ਕਰਾਊਂਗਾ, ਤੇ ਜਦੋਂ ਜਗਰਾਤਾ ਹੋਇਆ ਤੇ ਫਿਰ ਉਹ ਸੰਪੂਰਨ ਕਿੱਦਾਂ ਹੋਇਆ? ਨਿਯਮ ਤਾਂ ਉਹਦਾ ਕੋਈ ਰਿਹਾ ਨਹੀਂ ਨਾ, ਫਿਰ ਉਹਦੀ ਮੰਨਤ ਪੂਰੀ ਵੀ ਨਹੀਂ ਹੋਈ। ਪੂਜਾ ਪद्धਤੀ ਦੀ ਗੱਲ ਹੈ, ਕਿਸੇ ਨਾਲ ਕੋਈ ਜੈਲਸ ਜਾਂ ਕਿਸੇ ਨਾਲ। ਸਲੀਮ ਜੀ ਵੀ ਸਾਡੇ ਭਰਾ ਨੇ, ਪਰ ਇਹ ਤਾਂ ਨਹੀਂ ਕਿ मैं जगराता करा लूँगा, मैं जागरण कैसे करवा लूँगा, कंप्लीट ही नहीं होगा अगर मैंने मन्नत मांगी। हाँ, अगर मैंने सुनना है वैसे ही, तो फिर तो सीधा माइक लगाया, जय माता की, स्टार्ट हो जाए। ਓਕੇ, ਸੋ ਕਨਈਆ ਜੀ, ਜਦੋਂ ਬੱਚਾ ਗਰੋ ਕਰਦਾ ਹੈ, ਜਦੋਂ ਚਾਹੁੰਦਾ ਹੈ ਕਿ ਉਹ ਸਿੰਗਰ ਬਣਨਾ ਹੈ, ਸਟੇਜ ਤੇ ਪਰਫਾਰਮ ਕਰਦਾ ਹੈ, ਜੱਜਿਸ ਦੀ ਡਿਮਾਂਡ ਹੁੰਦੀ ਹੈ ਉਹਦੇ ਤੋਂ ਹਰ ਚੀਜ਼ ਗਵਾਉਂਦੇ ਨੇ। ਸੋ ਉਹ ਚੀਜ਼ ਦਾ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਉਹ ਉਹਨਾਂ ਤੋਂ ਰਿਲੀਜੀਅਸ ਵੀ ਗਵਾਉਂਦੇ ਨੇ, ਹਰ ਇੱਕ ਚੀਜ਼ ਉਹਨਾਂ ਨੂੰ ਇਹ ਹੁੰਦਾ ਕਿ ਜੇਕਰ ਇਹ ਬੱਚਾ ਅੱਗੇ ਜਾਵੇ ਤਾਂ ਇਹਨੂੰ ਹਰ ਚੀਜ਼ ਗਾਉਣੀ ਆਉਣੀ ਚਾਹੀਦੀ ਹੈ। बिल्कुल सारी चीज़ें गानी आनी चाहिए, लेकिन जागरण के अंदर वो सारी चीज़ें थोड़ा गा देगा। अब जागरण के अंदर कोई डिमांड कर दे कि मैंने पंजाबी गाना सुनना है या मैंने कुछ और सुनना, तो नहीं गाएगा ना। वो गाएगा तो वही ना जो जागरण की पद्धति है। इस चीज़ को हम बिल्कुल ना जोड़ें उस चीज़ के साथ। हम जोड़ रहे हैं कि कलाकार का कोई धर्म नहीं होता, सच है, लेकिन धर्म के अंदर तो कोई नियम होता है ना। कलाकार का कोई नियम तो होता होगा, गुरु एक होगा, 10 गुरु हो जाएंगे कलाकार के, वो 10 गुरु क्यों नहीं बनाए जाते? एक ही तो बनता है ना। तो जो सिस्टम है, हम लोग जो बात कर रहे हैं जागरण की पद्धति की, इसको कलाकारी से, धर्म से या किसी भी चीज़ से ना जोड़ा जाए, हिंदू मुस्लिम से ना जोड़ा जाए। हम तो कहते हैं कि हिंदू मुस्लिम सिख ईसाई एक ही चीज़ है, कोई फ़र्क नहीं है, सब मिलके भारत के अंदर रहते हैं और ये खूबसूरती भारत में देखी जाती है। मगर जो पूजा पद्धति है गुरुद्वारा साहब की, अपना एक नियमावली है। मैं फिर से वही बात कर रहा हूँ, हर जगह का अपना जब एक नियम है, तो क्या हमारे मंदिर का या हमारे जागरण का कोई नियम नहीं है? नियम होना चाहिए ना। ਓਕੇ, ਕਨਈਆ ਜੀ, ਤੁਸੀਂ 7 ਸਾਲ ਦੀ ਉਮਰ ਤੋਂ ਸਟੇਜ ਸੰਭਾਲਿਆ, ਸੋ ਉਹ ਵੀ ਤੁਹਾਡੀ ਜਰਨੀ ਬਾਰੇ ਅਸੀਂ ਜ਼ਰੂਰ ਚਾਨਣਾ ਪਾਉਣਾ ਚਾਹਾਂਗੇ ਕਿ ਉਸ ਜਰਨੀ, ਜਿਸ ਤਰ੍ਹਾਂ ਤੁਸੀਂ ਸ਼ੁਰੂ ਹੁੰਦੇ ਹੋ, ਸਟੇਜ ਤੇ ਜਾਂਦੇ ਹੋ, ਗਾਉਣਾ ਸ਼ੁਰੂ ਕਰਦੇ ਹੋ, ਸੋ ਕਿਸ ਤਰ੍ਹਾਂ ਇਹ ਮਕਬੂਲ ਹੋਇਆ ਅੱਜ ਇੱਥੇ ਤੱਕ ਪਹੁੰਚਣਾ? मैं 7 साल की उम्र तो गा रहा, तो 97 तो लेके 2016 तक मैं फ्री ऑफ कॉस्ट गाया। मैं कदे प्रोफैशनली मैं ਇਹਨੂੰ ਅਡਾਪਟ ਕੀਤਾ ਜਨਵਰੀ 2017 ਚ, ਜਦੋਂ ਮੈਨੂੰ ਲੱਗਿਆ ਕਿ ਵੀ ਮੈਂ ਹੋਰ ਕੋਈ ਕੰਮ ਮੈਨੂੰ ਲੋਕੀ ਕਰਨ ਨਹੀਂ ਦੇਣਗੇ, ਕਿਉਂਕਿ 2016 ਤੱਕ ਮੈਂ ਇੰਨਾ ਹੋ ਗਿਆ ਸੀ, ਲੋਕੀ ਜਾਣਨ ਲੱਗੇ ਸੀ, ਹਰ ਕੋਈ ਚਾਹੁੰਦਾ ਸੀ ਕਿ ਵੀ ਮੈਂ ਉਹਦੇ ਜਾਵਾਂ, ਉਹਨਾਂ ਕੋਲੇ ਜਾਵਾਂ। ਪਰ ਮੈਂ ਸ਼ੁਰੂ ਤੋਂ ਬਿਜ਼ਨਸ ਸੋਚਦਾ ਸੀ, ਬਿਜ਼ਨਸ ਕਰਾਂਗਾ, ਤੇ ਹੁਣ ਵੀ ਮੈਂ ਇਹੀ ਸੋਚਦਾ ਕਿ ਮੈਂ ਕਦੋਂ ਫਰੀ ਹੋਵਾਂ, ਕਦੋਂ ਆਪਣਾ ਕੰਮ ਕਰਾਂ। ਪਰ ਲੋਕਾਂ ਦਾ ਪਿਆਰ ਹੈ, ਮੈਨੂੰ ਘਰੋਂ ਨਿਕਲ ਕੇ ਜਾਣਾ ਪੈਂਦਾ, ਲੋਕਾਂ ਕੋਲੇ ਜਾਣਾ ਪੈਂਦਾ। ਉਹ ਜੋ ਸੁਣਨਾ ਚਾਹੁੰਦੇ ਨੇ ਭਜਨ ਮੇਰੇ, ਕਿਉਂਕਿ ਮੈਂ ਕਦੇ ਗਾਣੇ ਨਹੀਂ ਗਾਏ, ਮੈਂ ਜਦੋਂ ਵੀ ਗਾਇਆ ਭਜਨ ਹੀ ਗਾਇਆ, ਤੇ ਭਜਨ 'ਚ ਸੰਤਾਂ ਤੋਂ ਸੁਣਦੇ ਰਹੇ, ਉਹਨੂੰ ਲੈ ਕੇ ਅਸੀਂ ਅੱਗੇ ਵਧੇ ਹਾਂ। ਲੋਕਾਂ ਦਾ ਬਚਪਨ ਤੋਂ ਹੀ ਬੜਾ ਪਿਆਰ ਮਿਲਿਆ, ਕਦੇ ਕਿਸੇ ਚੀਜ਼ ਦੀ ਨੈਗੇਟਿਵਿਟੀ ਕਦੇ ਮਿਲੀ ਨਹੀਂ। ਤੇ ਅੱਜ ਵੀ ਮੈਂ ਉਹੀ ਕਹਿ ਰਿਹਾ, ਅੱਜ ਵੀ ਕੋਈ ਨੈਗੇਟਿਵ ਨਹੀਂ ਹੈ, ਇਹ ਵਿਚਾਰ ਹੈ। ਵਿਚਾਰ ਨੂੰ ਲੈ ਕੇ ਤੁਸੀਂ ਮੈਨੂੰ ਗਲਤ ਨਹੀਂ ਕਹਿ ਸਕਦੇ, ਮੈਂ ਤੁਹਾਨੂੰ ਗਲਤ ਨਹੀਂ ਕਹਿ ਸਕਦਾ। ਤੁਹਾਡੇ ਆਪਣੇ ਵਿਚਾਰ ਨੇ ਕਿ ਕਿੱਦਾਂ ਦੀ ਦੁਨੀਆ ਹੈ, ਕਿੱਦਾਂ ਤੁਹਾਡੇ ਦੇਖਣ ਦਾ ਨਜ਼ਰੀਆ ਅਲੱਗ ਹੈ। ਨਜ਼ਰ ਤਾਂ ਪਰਮਾਤਮਾ ਨੇ ਸਭ ਦਿੱਤੀ ਹੈ, ਨਜ਼ਰੀਆ ਤਾਂ ਸਾਰਿਆਂ ਨੂੰ ਅਲੱਗ-ਅਲੱਗ ਦਿੱਤਾ ਹੈ, ਤੇ ਹਰ ਕਿਸੇ ਨੂੰ ਆਪਣੀ ਗੱਲ ਰੱਖਣ ਦਾ ਇੱਕ ਜਗ੍ਹਾ ਹੋਣਾ ਚਾਹੀਦੀ। ਮੀਡੀਆ ਦਾ ਕਿੰਨਾ ਵੱਡਾ ਪਲੇਟਫਾਰਮ ਹੈ ਜਿਹੜੀ ਲੋਕਾਂ ਦੀ ਸਾਰਿਆਂ ਦੀ ਗੱਲਾਂ ਨੂੰ ਰੱਖ ਰਹੀ ਹੈ। ਤੇ मैं थैंक्स टू दैनिक आपका सवेरा जो लोगों तक मेरी ये बात पहुंचा रहा है कि हम हिंदू मुस्लिम नहीं कर रहे हैं, हम लोग सिर्फ और सिर्फ पूजा विधि की बात कर रहे हैं। ਸੋ ਜਿਸ ਭਜਨ ਤੋਂ ਜ਼ਿਆਦਾ ਮਕਬੂਲ ਹੋਏ ਸੀ ਤੁਸੀਂ, ਮੈਂ ਜ਼ਰੂਰ ਚਾਹੂੰਗੀ ਕਿ ਇੱਕ ਵਾਰ ਦਰਸ਼ਕ ਵੀ ਉਹ ਸੁਣਨਾ ਚਾਹੁੰਦੇ ਨੇ, ਔਰ ਅਸੀਂ ਵੀ ਤੁਹਾਨੂੰ ਲਾਈਵ ਅੱਜ ਸੁਣਨਾ ਚਾਹੁੰਦੇ ਹਾਂ। जी, मैं 2017 में हमने एक भजन लिखा था, हारा हूँ बाबा पर तुझ पे भरोसा है,
जीतूंगा एक दिन मेरा दिल ये कहता है, मेरे माझी बन जाओ, मेरी नाव चला जाओ, बेटे को बाबा श्याम तुम गले लगा जाओ। हारा हूँ बाबा पर तुझ पे भरोसा है, जीतूंगा एक दिन मेरा दिल ये कहता है। ਉਹ ਮੈਨੂੰ ਲੱਗਦਾ ਕਿ ਮੁਰਾਦ ਪੂਰੀ ਹੋ ਗਈ ਹੈ। ਲੋਕਾਂ ਦੇ ਦਿਲ ਵੀ ਜਿੱਤੇ ਨੇ, ਹਰ ਕੋਈ ਤੁਹਾਨੂੰ ਪਸੰਦ ਕਰਦਾ ਹੈ, ਤੁਹਾਡੇ ਭਜਨਾਂ ਨੂੰ ਪਿਆਰ ਕਰਦਾ ਹੈ। सब प्यार करते हैं और अब तो देश ही नहीं विदेशों में भी हम लोग अभी ऑस्ट्रेलिया जाकर आए, अब दुबई जा रहे हैं, फिर आगे जर्मनी का प्रोग्राम है, ये चला जा रहा है कारवां। लोग समझ रहे हैं, लोग जुड़ रहे हैं। सबसे अच्छा मैं धन्यवाद करूँगा उन माँ बाप को जो अपने छोटे छोटे बच्चे कार्यक्रमों में लेकर आते हैं, कीर्तनों में लेकर आते हैं, और युवा पीढ़ी यंग जनरेशन जो मैं देखता हूँ आज इतनी जुड़ी हुई है। हर जगह जहाँ भी जाते हैं, कितने लोग तो पैदल जा रहे हैं। खाटू श्याम जी पंजाब से भी, लुधियाना हो, दिड़बा हो, सुलरगराट, कहीं से भी हो, सब लोग पैदल जा रहे हैं और युवा हैं वो। तो ये हमारे लिए कितनी बड़ी बात है। जहाँ हम एक तरफ नशे की बात करते हैं, एक तरफ दूसरी तरफ यहाँ का जो युवा है वो भजनों से जुड़ रहा है, इस तो बढ़िया गल नहीं हो सकती। ਸੋ ਜਿਸ ਤਰ੍ਹਾਂ ਦਾ ਅੱਜ ਕੱਲ ਦੌਰ ਚੱਲ ਰਿਹਾ, ਅਸੀਂ ਕਹਿੰਦੇ ਨਾ ਪਰਮਾਤਮਾ ਨੂੰ ਭੁੱਲ ਗਏ ਆ, ਪਰ ਤੁਹਾਡੇ ਵਰਗੀਆਂ ਪਰਸਨੈਲਿਟੀਜ਼ ਨੂੰ ਸੁਣ ਕੇ ਅਸੀਂ ਰੱਬ ਦੇ ਹੁਣ ਸਾਰੇ ਯਾਦ ਕਰ ਰਹੇ ਹਾਂ, ਸਾਰਿਆਂ ਨੂੰ ਆਪਣੇ ਆਪਣੇ ਯਾਦ ਆ ਗਏ। ਸੋ ਇਹ ਵੀ ਇੱਕ ਤਰ੍ਹਾਂ ਨਾਲ ਅਸੀਂ ਕਹਿ ਸਕਦੇ ਹਾਂ ਕਿ ਹਰ ਚੀਜ਼ ਦੇ ਦੋ ਪਹਿਲੂ ਹੁੰਦੇ ਨੇ, ਨੈਗੇਟਿਵ ਔਰ ਪੋਜ਼ਿਟਿਵ। ਚਾਹੇ ਇਹਨੂੰ ਪੋਜ਼ਿਟਿਵ ਲੈ ਲਓ, ਚਾਹੇ ਇਹਨੂੰ ਨੈਗੇਟਿਵ ਲੈ ਲਓ, ਲੇਕਿਨ ਇਹ ਚੀਜ਼ ਜਿਹੜੀ ਅੱਗੇ ਵੱਧ ਰਹੀ ਹੈ, ਇਸੇ ਬਹਾਨੇ ਲੋਕ ਜਿਹੜੇ ਨੇ ਪਰਮਾਤਮਾ ਨੂੰ ਯਾਦ ਕਰ ਰਹੇ ਨੇ। ਇੱਕ ਪੋਜ਼ਿਟਿਵ ਪੁਆਇੰਟ ਜਿਹੜਾ ਲੋਕਾਂ ਦੇ ਅੱਗੇ ਨਿਕਲ ਕੇ ਆਇਆ। अपनी बात तो कर रहे हैं और ये तो समझ आ रही है कि कौन कितना किसको मानता है, ये भी चीज़ आगे आ रही है। बिल्कुल। सो ਤੁਸੀਂ ਆਪਣੀ ਇੰਡਸਟਰੀ ਦੇ ਲੋਕਾਂ ਦਾ ਕੀ ਕਹਿਣਾ ਚਾਹੁੰਦੇ ਹੋ ਉਹਨਾਂ ਨੂੰ, ਕਿਉਂਕਿ ਇੱਕ ਨੇ ਰਿਸਪੌਂਸ ਕੀਤਾ, ਤਿੰਨਾਂ ਨੇ ਰਿਸਪੌਂਸ ਨਹੀਂ ਕੀਤਾ, ਤੁਸੀਂ ਤਿੰਨਾਂ ਦੀ ਗੱਲ ਵੀ ਕੀਤੀ ਹੈ ਨਾਲ। ਸੋ ਸਲੀਮ ਜੀ ਨੇ ਵੀ ਬੜਾ ਠੰਡਾ ਜਿਹਾ ਜਵਾਬ ਦਿੱਤਾ ਹੈ, ਜਿਵੇਂ ਰਿਸਪੈਕਟ ਦੇ ਨਾਲ। ਤੇ ਇਸ ਚੀਜ਼ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? 3 ਸਾਲ ਪੁਰਾਣੀ ਵੀਡੀਓ ਤੁਹਾਡੀ ਹੁਣ ਵਾਇਰਲ ਹੋ ਰਹੀ ਹੈ, ਇਹ ਵੀ ਕਹਿ ਸਕਦੇ ਹੋ ਅਸੀਂ ਕਿ ਉੱਪਰ ਵਾਲੇ ਦੇ ਚਮਤਕਾਰ ਨੇ ਕਿ ਇੱਕ ਵਾਰੀ ਪਹਿਲਾਂ ਮੈਨੂੰ ਲਾਈਮਲਾਈਟ 'ਚ ਲਿਆਤਾ ਜਦੋਂ ਮੇਰਾ ਭਜਨ ਵਾਇਰਲ ਹੋਇਆ, ਲੋਕਾਂ ਨੇ ਪਸੰਦ ਕੀਤਾ, ਔਰ ਇਸ ਚੀਜ਼ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਇਹਨੂੰ ਚਮਤਕਾਰ ਨਹੀਂ ਕਹਿ ਸਕਦੇ, ਇਹ ਲੋਕਾਂ ਦੀ ਜਾਗਰੂਕਤਾ ਹੈ। ਤੇ ਸਲੀਮ ਜੀ ਸਾਡੇ ਵੱਡੇ ਵੀਰ ਨੇ, ਉਹ ਵੀ ਭਰਾ ਨੇ ਸਾਡੇ। ਮੈਂ ਪਾਰਟਿਕੂਲਰਲੀ ਕਲਾਕਾਰਾਂ ਵਾਸਤੇ ਨਹੀਂ ਕਹਿ ਰਿਹਾ, ਮੈਂ ਤਾਂ ਗੱਲ ਕਰ ਰਿਹਾ ਆਪਣੇ ਹਿੰਦੂਆਂ ਨਾਲ, ਆਯੋਜਕਾਂ ਨਾਲ ਕਹਿ ਰਿਹਾ ਮੈਂ ਕਿ ਵੀ ਤੁਸੀਂ ਜਾਗਰਣ ਕਰਾ ਰਹੇ ਹੋ ਕਿ ਉਹ ਲੱਗੂਗਾ ਆਪਾਂ ਨੂੰ। ਮੈਂ ਤਾਂ ਇਹ ਕਹਿ ਹੀ ਨਹੀਂ ਰਿਹਾ ਕਿ ਵੀ ਮੁਸਲਮਾਨ ਗਲਤ ਨੇ, ਉਹਨਾਂ ਨੂੰ ਨਹੀਂ ਗਾਉਣਾ ਚਾਹੀਦਾ। ਇੱਕ ਚੀਜ਼ ਹੋਰ ਅੱਗੇ ਆ ਰਹੀ ਹੈ ਕਿ ਮੈਂ ਇਹ ਕਹਿ ਰਿਹਾ ਕਿ ਵੀ ਮੁਸਲਮਾਨ ਗਾਇਕ ਜਿੱਥੇ ਹੋਣਗੇ ਉਹਨਾਂ ਨੂੰ ਨਹੀਂ ਕਰਨਾ। ਮੈਂ ਗਿਆਨਵਾਪੀ ਦੇ ਮਸਲੇ 'ਤੇ ਕਿਹਾ ਹੈ कि जदों काशी में ज्ञानवापी का मसला आना है, वो मंदिर है कि मस्जिद है, वहाँ पर अब सिग्नल मिले हैं कि वो मंदिर है, भोलेनाथ का मंदिर है। हमने भजन तो गाने हैं भोले के, लेकिन भोले के मंदिर के लिए कुछ नहीं बोलना। तो क्या ऐसे कलाकारों के साथ हमें खड़ा होना चाहिए? मैंने अपनी बात ये रखी है कि मैं उन कलाकारों के साथ इसलिए नहीं हो सकता कि मंदिर के लिए क्यों नहीं बोलते, उन्हें बोलना चाहिए, वो फिर भी नहीं बोलते। क्यों नहीं बोलते? हमें भोले के नाम से कमाना तो है, खाना तो है, लेकिन भोले के लिए कुछ नहीं बोलना, ये मुझे समझ नहीं आती थोड़ी सी। सो ਤੁਸੀਂ ਜਦੋਂ ਭਜਨ ਲਿਖਦੇ ਹੋ ਕੀ ਕੁਝ ਜ਼ਿਹਨ 'ਚ ਹੁੰਦਾ ਹੈ ਕਿ ਕਿੰਨੀ ਕੁ ਰਿਸਰਚ ਕਰਦੇ ਹੋ? ਕਿਉਂਕਿ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਭੋਲੇ ਦੇ ਨਾਮ ਤੇ ਗਾਉਣਾ, ਲੇਕਿਨ ਮੰਦਿਰ ਤੇ ਕੁਝ ਨਹੀਂ ਗਾਉਣਾ। ਸੋ ਤੁਸੀਂ ਕਿੰਨੀ ਕੁ ਰਿਸਰਚ ਕਰਕੇ ਆਪਣੇ ਭਜਨਾਂ ਨੂੰ ਲੋਕਾਂ ਤੱਕ ਪਹੁੰਚਾਉਂਦੇ ਹੋ? ਦੇਖੋ, ਜਦੋਂ ਅਸੀਂ ਟੌਪਿਕ ਤੇ ਗਾਉਂਦੇ ਹਾਂ ਤਾਂ ਉਹਦੀ ਪੂਰੀ ਰਿਸਰਚ ਕਰਦੇ ਹਾਂ, ਕੀ ਗੱਲ ਉਹਦੇ ਪਿੱਛੇ ਹੈ, ਕੀ ਉਹ ਸੱਚ ਵੀ ਹੈ, ਕੋਈ ਭੜਕੀਲੀ ਗੱਲ ਨਾ ਹੋਵੇ, ਕੋਈ ਇੱਦਾਂ ਦੀ ਗੱਲ ਨਾ ਹੋਵੇ ਕਿਸੇ ਨੂੰ ਮਾੜੀ ਲੱਗੇ। ਸੱਚ ਹੋਣਾ ਚਾਹੀਦਾ ਹੈ। ਸੱਚ ਕਿਸੇ ਕਿਸੇ ਨੂੰ ਕੜਵਾ ਵੀ ਲੱਗਦਾ, ਪਰ ਜਦੋਂ ਅਸੀਂ ਟੌਪਿਕ 'ਤੇ ਲਿਖਦੇ ਹਾਂ ਤਾਂ ਉਹ ਰਿਸਰਚ ਕਰਕੇ ਲਿਖਦੇ ਹਾਂ। ਪਰ ਜਦੋਂ ਅਸੀਂ ਪਰਮਾਤਮਾ 'ਤੇ ਲਿਖਦੇ ਹਾਂ ਤਾਂ ਉਹ ਜਿਹੜੀ ਲੋਕਾਂ ਦੀ ਫੀਲਿੰਗ ਹੁੰਦੀ ਹੈ ਉਹਨੂੰ ਅਸੀਂ ਲਿਖਦੇ ਹਾਂ। ਕੋਈ ਕਹਿੰਦਾ ਵੀ ਮੈਂ ਹਾਰ ਗਿਆ ਤਾਂ ਮੈਂ ਹਾਰੇ 'ਤੇ ਲਿਖਦਾ, ਕੋਈ ਕਹਿੰਦਾ ਮੈਨੂੰ ਬਹੁਤ ਕੁਝ ਮਿਲਿਆ ਤਾਂ ਮੈਂ ਉਹਦੇ 'ਤੇ ਲਿਖਦਾ, ਕੋਈ ਕਹਿੰਦਾ ਬਾਬਾ ਬਹੁਤ ਵੱਡਾ ਹੈ ਤਾਂ मैं बाबे ते लिखन लगदा, कोई कहता जी बाबा 3 बाण का धारी है, मैं उहदे ते लिखन लगदा। अच्छा, पब्लिक डिमांड पे देखिए, लोगों को जो भाव है उनके, वही तो परमात्मा है क्या? ऑब्वियसली भजन कीर्तन क्या है? एक भाव ही तो है, और वो भाव जो लोग बात करते हैं उसको हम संगीत देकर, शब्द देकर लोगों तक वापस डिलीवर कर रहे हैं। यही तो भजन गायकी है। भजन गायकी क्या है? जो आदमी घर पे सुबह बैठ के परमात्मा के आगे अरदास करता है सीधे शब्दों में, उन शब्दों को लिखने वाला भजन का रूप देता है और गाने वाला उसको अपनी आवाज़ देता है, संगीत वाला उसको संगीत देता है, और वही चीज़ उनको वापस डिलीवर कर देता है।
यही भजन है, इसके सिवा कुछ नहीं। अब रामायण आई 1991 में, जो रामचरितमानस में लिखा था उसी को रामानंद सागर जी ने एक्ट करवाया, उसी पर भजन लिखे गए और लोग रामचरितमानस ही पढ़ते थे और वही उन तक पहुंच गया। ਸੋ ਅੱਗੇ ਕੀ ਕੁਝ ਨਵਾਂ ਆ ਰਿਹਾ ਹੁਣ, ਜਿਵੇਂ ਅਸੀਂ ਦੇਖਿਆ ਕਿ ਬੜੇ ਜੋਸ਼ ਦੇ ਨਾਲ ਤੁਸੀਂ એનર્ਜੀ ਦੇ ਨਾਲ ਰਿਕਾਰਡਿੰग्स कर रहे हो, टेस्टिंग्स कर रहे हो, ਕੀ ਕੁਝ ਨਵਾਂ ਲੈ ਕੇ ਆ ਰਹੇ ਹੋ? बहुत कुछ नया आ रहा है। खाटू श्याम जी के भजन आ रहे हैं, राम जी के भजन आ रहे हैं। अयोध्या में राम जी का मंदिर शिलान्यास हो चुका है और बहुत जल्दी वो लोगों के लिए भी खोल दिया जाएगा। जिस दिन शिलान्यास होगा 22 जनवरी 2024, तो दुनिया जाएगी अयोध्या, हम भी जाएंगे, उसके लिए भी लिखा है हमने। और खाटू श्याम जी के भजन तो चलते ही रहते हैं निरंतर। हनुमान जी के भजन भी चल रहे हैं, क्योंकि मैं सिर्फ 5 ही देवताओं के भजन गाता हूँ, मैया के, श्याम बाबा के, बालाजी के, भोले बाबा के, राम जी के। इसके सिवा मुझे नहीं आता है। कोई हाँ डिमांड करता है सनातन के देवी देवताओं के लिए तो मैं लिख देता हूँ और गा देता हूँ। क्या बात है। सो ਜਾਂਦੇ ਜਾਂਦੇ ਜ਼ਰੂਰ ਇੱਕ ਭਜਨ ਸੁਣਾਂਗੇ ਤਾਂ ਕਿ ਸ਼ੁਰੂਆਤ ਤੇ ਵੀ ਅਸੀਂ ਸੁਣਿਆ ਔਰ ਹੈਪੀਲੀ ਐਂਡਿੰਗ ਕਰਨਾ ਚਾਹਾਂਗੇ ਤੁਹਾਡੀ ਕਨਵਰਸੇਸ਼ਨ। आ गया मैं दुनियादारी सारी बाबा छोड़ के, लेने आ जा खाटू वाले रिंगस के उस मोड़ पे। क्या बात है, बहुत बहुत धन्यवाद ਸਾਡੇ ਨਾਲ ਖਾਸ ਤੌਰ ਤੇ ਜੁੜਨ ਦੇ ਲਈ ਤੇ ਆਪਣੀਆਂ ਗੱਲਾਂ ਜਿਹੜੀਆਂ ਸਾਡੇ ਨਾਲ ਸ਼ੇਅਰ ਕਰਨ ਦੇ ਲਈ। दैनिक सवेरा का भी बहुत बहुत धन्यवाद और सभी जुड़े, सब्सक्राइब करें, सुने। बहुत अच्छा, मनप्रीत जी ऐसी एंकर मुझे लगता है बहुत कम है जो दिल से बात करती हैं और सच्चाई के साथ काम करती हैं। थैंक यू कन्हैया जी, थैंक यू। सो ਇਹ ਸੀ ਜੀ ਮੋਸਟ ਵੇਟਡ ਕਨਵਰਸੇਸ਼ਨ ਜਿਸ ਦਾ ਤੁਸੀਂ ਬੜੀ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਸੀ, ਕਨਹਈਆ ਮਿੱਤਲ ਜੀ ਦੀ, ਜਿਨ੍ਹਾਂ ਦੇ ਨਾਲ ਅਸੀਂ ਅੱਜ ਖਾਸ ਤੌਰ ਤੇ ਗੱਲਬਾਤ ਕੀਤੀ ਹੈ। ਸੋ ਉਮੀਦ ਕਰਦੀ ਹਾਂ ਕਿ ਤੁਹਾਨੂੰ ਉਹਨਾਂ ਦੀਆਂ ਗੱਲਾਂ ਬੇहद ਪੋਜ਼ਿਟਿਵ ਕਰਨਗੀਆਂ, ਮੋਟੀਵੇਟ ਕਰਨਗੀਆਂ ਤੇ ਇੰਪ੍ਰੈਸ ਵੀ ਕਰਨਗੀਆਂ। ਤੁਸੀਂ ਜ਼ਰੂਰ ਇਸ ਇੰਟਰਵਿਊ ਨੂੰ ਸੁਣਨਾ ਹੈ ਤੇ ਪਰਮਾਤਮਾ ਨੂੰ ਜ਼ਰੂਰ ਯਾਦ ਰੱਖਣਾ ਹੈ। ਕੋਈ ਵੀ ਕੰਮ ਸ਼ੁਰੂ ਕਰਨਾ ਹੈ ਤਾਂ ਪਰਮਾਤਮਾ ਨੂੰ ਯਾਦ ਕਰਕੇ ਕਰਨਾ। ਫਿਲਹਾਲ ਮੈਨੂੰ ਯਾਨੀ ਕਿ ਮਨਪ੍ਰੀਤ ਨੂੰ ਦਿਓ ਇਜਾਜ਼ਤ। ਕੈਮਰਾਮੈਨ ਦੀਪਕ ਦੇ ਨਾਲ ਮਨਪ੍ਰੀਤ ਖੁੱਲਰ, दैनिक सवेरा TV, चंडीगढ़।